ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਮੀਟਿੰਗ ਖਤਮ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਵਾਪਸ ਸਿੰਘੂ ਬਾਰਡਰ ਜਾ ਰਹੇ ਨੇ। ਕਮਲਪ੍ਰੀਤ ਸਿੰਘ ਪੰਨੂ ਸਾਡੇ ਨਾਲ ਨੇ, ਕਿਸਾਨ ਆਗੂ ਨੇ। ਜਿਸ ਢੰਗ ਦੇ ਨਾਲ ਅੱਜ ਦੀ ਮੀਟਿੰਗ ਹੋਈ, 8ਵੇਂ ਗੇੜ ਦੀ ਇਹ ਮੀਟਿੰਗ ਹੈ। ਮੀਟਿੰਗ ਫਿਰ ਤੋਂ ਬੇਸਿੱਟਾ ਰਹੀ। ਵੱਡਾ ਕਾਰਨ ਕੀ ਰਿਹਾ? ਕਿੱਥੇ ਗੱਲ ਫਸੀ ਹੋਈ ਹੈ? ਪੇਚ ਕੀ ਹੈ? ਅਸੀਂ ਜਦੋਂ ਮੀਟਿੰਗ ਲਈ ਆਏ ਆ, ਸਾਨੂੰ ਇਹ ਉਮੀਦ ਸੀ ਕਿ ਅੱਜ ਵਾਲੀ ਮੀਟਿੰਗ 'ਚ ਸਿੱਟਾ ਕੋਈ ਨਹੀਂ ਨਿਕਲਣਾ, ਪਰ ਸਾਡੇ ਆਉਣ ਦਾ ਕਾਰਨ, ਵੱਡਾ ਕਾਰਨ ਇਹ, ਅਸੀਂ ਮੀਟਿੰਗ ਅਟੈਂਡ ਕੀਤੀ ਆ ਤੇ ਮੀਟਿੰਗ ਅਟੈਂਡ ਕਰਕੇ ਅਸੀਂ ਇਹ ਦੱਸਿਆ ਉਹਨਾਂ ਨੂੰ ਕਿ ਸਾਡੀ ਮਨਸ਼ਾ ਜਿਹੜੇ ਕਾਨੂੰਨ ਆ ਉਹਨਾਂ ਨੂੰ ਰਿਪੀਲ ਕਰਨ ਤੋਂ ਘੱਟ ਨਹੀਂ ਗਈ। ਅਸੀਂ ਕਾਨੂੰਨ ਰਿਪੀਲ ਕਰਨਾ ਚਾਹੁੰਦੇ ਆ ਤੇ ਸਰਕਾਰ ਇਹਦੀ ਪ੍ਰਕਿਰਿਆ ਦੱਸੇ ਸਾਨੂੰ। ਪਰ ਉਹ ਇਹ ਕਹਿ ਰਹੇ ਸੀ ਸਾਨੂੰ ਵੀ ਤੁਸੀਂ ਇਹਦੇ ਤੇ ਬਹਿਸ ਕਰਕੇ ਸਾਨੂੰ ਦੱਸ ਦਿਓ, ਅਸੀਂ ਸੋਧ ਕਰ ਲੈਂਦੇ ਆ। ਅਸੀਂ ਕਿਹਾ ਸੋਧਾਂ ਬਿਲਕੁਲ ਨਾ ਮਨਜ਼ੂਰ ਆ। ਸਾਡਾ ਆਉਣ ਦਾ ਮਨਸ਼ਾ ਇਹ ਆ ਵੀ ਸਰਕਾਰ ਕੱਲ ਨੂੰ ਸਾਡੇ ਤੇ ਦੋਸ਼ ਨਾ ਲਾਵੇ ਕਿ ਕਿਸਾਨ ਗੱਲਬਾਤ ਤੋਂ ਭੱਜ ਰਹੇ ਆ। ਪਰ ਕੀ ਲੱਗਦਾ ਹੈ ਕਿ 8ਵੇਂ ਗੇੜ ਦੇ ਵਿੱਚ ਵੀ ਹਾਲੇ ਵੀ ਸੰਸ਼ੋਧਨਾਂ ਤੱਕ ਹੀ ਪਹੁੰਚੀ ਹੈ ਸਰਕਾਰ? ਅੱਜ 9ਵਾਂ ਗੇੜ ਸੀ। ਅੱਜ 9ਵਾਂ ਗੇੜ ਸੀ। ਸਰਕਾਰ ਅਸਲ 'ਚ ਵੇਖ ਰਹੀ ਆ 18 ਤਰੀਕ ਸਾਡੇ ਤੇ ਜਿਹੜਾ ਅਸੀਂ ਟਰੈਕਟਰ ਮਾਰਚ ਕਰ ਰਹੇ ਆ 26 ਜਨਵਰੀ ਨੂੰ, ਉਹ 26 ਜਨਵਰੀ ਦੇ ਮਾਰਚ ਨੂੰ ਰੋਕਣ ਲਈ ਇੱਕ ਪਟੀਸ਼ਨ ਦਾਇਰ ਕੀਤੀ ਇਹਨਾਂ ਨੇ। ਉਹ 18 ਤਰੀਕ ਵਾਲੀ ਪਟੀਸ਼ਨ ਵੇਖ ਰਹੇ ਆ। ਪਰ ਅਸੀਂ ਇਹ ਕਹਿਤਾ, ਸਾਡੇ ਵਕੀਲਾਂ ਨੇ ਵੀ ਸੁਪਰੀਮ ਕੋਰਟ 'ਚ ਕਹਿਤਾ ਜਦੋਂ ਇਹਨਾਂ ਦਾ ਏਜੀ ਬੋਲਿਆ ਕਿ ਕਿਸਾਨ 26 ਤਰੀਕ ਨੂੰ ਟਰੈਕਟਰ ਮਾਰਚ ਕਰ ਰਹੇ ਆ, ਇਹ ਸਾਡੇ ਸਮਾਰੋਹ 'ਚ ਵਿਘਨ ਪਾਉਣਗੇ। ਉੱਥੇ ਸਾਡੇ ਵਕੀਲ ਨੇ ਕਹਿਤਾ ਕਿ ਸਾਡਾ ਅੰਦੋਲਨ ਪੀਸਫੁਲੀ ਆ, ਸ਼ਾਂਤੀਪੂਰਵਕ ਆ। ਅਸੀਂ ਇਹਨਾਂ ਦੇ ਪ੍ਰੋਗਰਾਮ 'ਚ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ। ਸਾਡਾ ਮਾਰਚ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪਰੇਡ ਸ਼ਾਂਤੀਪੂਰਵਕ ਹੋਊਗੀ। ਤਾਂ ਹੁਣ ਜਿਹੜੀ ਹੀਅਰਿੰਗ ਹੈ ਕਿ ਉਸ ਡੇਟ ਨੂੰ ਦੇਖ ਕੇ ਇਹ ਡੇਟ ਦਿੱਤੀ ਗਈ ਹੈ? ਤੁਹਾਨੂੰ ਕੀ ਲੱਗਦਾ 18 ਨੂੰ ਹੀਅਰਿੰਗ ਹੈ, 19 ਨੂੰ ਜਿਹੜੀ ਹੁਣ ਦੁਬਾਰਾ ਮੀਟਿੰਗ ਸੱਦੀ ਹੈ? ਬਿਲਕੁਲ ਉਹਨੂੰ ਵੇਖ ਕੇ ਤਾਂ ਸਰਕਾਰ ਨੇ 19 ਤਰੀਕ ਦਿੱਤੀ ਹੈ ਸਾਨੂੰ। ਉਹਦੇ 'ਚ ਕਿਉਂਕਿ 26 ਨੇੜੇ ਆ ਰਹੀ ਆ, ਜਿੰਨਾ ਵੱਡਾ ਅੰਦੋਲਨ ਆਏ ਸਰਕਾਰ ਤੇ ਦਬਾਅ ਵੀ ਆ, ਇਸ ਕਰਕੇ ਉਹਦੇ ਦਬਾਅ ਕਰਕੇ ਸਰਕਾਰ ਨੇੜੇ ਲੱਗੂਗੀ। ਇਹ ਸਾਨੂੰ ਆਸ ਹੈ ਵੀ 19 ਨੂੰ ਕੋਈ ਨੇੜੇ ਲੱਗ ਸਕਦੀ ਹੈ ਜਾਂ ਕੋਈ ਇੱਕ ਅੱਧੀ ਮੀਟਿੰਗ ਹੋਰ ਲੱਗ ਸਕਦੀ ਆ ਤੇ ਸਮੱਸਿਆ ਦਾ ਹੱਲ ਸਰਕਾਰ ਨੂੰ ਕੱਢਣਾ ਪੈਣਾ। ਪਰ ਜਿਸ ਢੰਗ ਦੇ ਨਾਲ ਹੁਣ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਤਾਂ ਐਮਐਸਪੀ ਵਾਲੀ ਤੇ ਵੀ ਸਹਿਮਤੀ ਨਹੀਂ ਬਣ ਰਹੀ ਹੈਗੀ ਨਾ। ਹਜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਸਰਕਾਰ ਪਹੁੰਚੀ ਹੈ। ਅੱਜ ਅਸੀਂ ਕਿਹਾ ਸੀ ਵੀ ਐਮਐਸਪੀ ਤੇ ਬਹਿਸ ਕਰ ਲਈਏ। ਉਹਦੇ 'ਚ ਉਹਨਾਂ ਦਾ ਜਵਾਬ ਆਇਆ ਕਿ ਪਹਿਲਾਂ ਵੇਖੋ ਜੇ ਐਮਐਸਪੀ ਤੇ ਅਸੀਂ ਕਾਨੂੰਨ ਬਣਾ ਵੀ ਦਿੰਦੇ ਆ, ਕੀ ਅੰਦੋਲਨ ਵਾਪਸ ਹੋ ਜੂ? ਇਹ ਬਿਲਕੁਲ ਨਹੀਂ। ਜਿੰਨਾ ਚਿਰ ਤੱਕ ਇਹ 3 ਕਾਨੂੰਨ ਰਿਪੀਲ ਨਹੀਂ ਹੁੰਦੇ, ਉਹਨਾਂ ਚਿਰ ਤੱਕ ਜੇ ਤੁਸੀਂ ਐਮਐਸਪੀ ਦੇ ਕਾਨੂੰਨ ਬਣਾ ਵੀ ਦਿੰਦੇ ਜੇ, ਇਹ ਅੰਦੋਲਨ ਵਾਪਸ ਨਹੀਂ ਹੋਣਾ। ਇਸ ਕਰਕੇ ਜਿਹੜਾ ਅੰਦੋਲਨ ਆ, ਕਿਉਂਕਿ ਉਹ ਕਾਨੂੰਨ ਆਪਾਂ ਬਾਰ-ਬਾਰ ਗੱਲ ਕਰਦੇ ਰਹਿੰਦੇ ਉਹਨਾਂ ਤੇ। ਨਹੀਂ, ਆਹ ਗੱਲ ਹੋਈ ਹੈ ਕਿ ਜੇ ਉਹ ਕਹਿੰਦੇ ਨੇ ਕਿ ਐਮਐਸਪੀ ਤੇ ਅਸੀਂ ਕਾਨੂੰਨ ਬਣਾ ਦਿੰਦੇ ਆ ਤਾਂ ਤੁਸੀਂ ਅੰਦੋਲਨ ਵਾਪਸ ਲੈ ਲਓਗੇ? ਇਹ ਗੱਲ ਆਈ ਅੱਜ, ਇਹ ਗੱਲ ਆ ਗਈ ਆ ਵੀ ਐਮਐਸਪੀ ਤੇ ਅਗਰ ਕੋਈ ਸਹਿਮਤੀ ਬਣ ਜਾਂਦੀ ਆ ਕੀ ਅੰਦੋਲਨ ਵਾਪਸ ਹੋਊਗਾ? ਸਾਡਾ ਜਵਾਬ ਸੀ ਕਿ 3 ਕਾਨੂੰਨ ਤੇ ਐਮਐਸਪੀ। ਅੱਛਾ, ਇਕੱਲੀ ਐਮਐਸਪੀ ਨਹੀਂ, ਤੁਸੀਂ ਕਿਹਾ ਵੀ ਖੇਤੀ ਕਾਨੂੰਨ ਵੀ ਨਾਲ ਹੋਣੇ। 3 ਕਾਨੂੰਨ ਤੇ ਨਾਲ ਐਮਐਸਪੀ। ਜਦੋਂ ਇਹਨਾਂ ਸਾਰਿਆਂ ਤੇ ਫੈਸਲਾ ਹੋਊਗਾ ਅੰਦੋਲਨ ਫੇਰ ਵਾਪਸ ਹੋਊਗਾ। ਅਸੀਂ 26 ਤਰੀਕ ਆਖਰੀ ਨਹੀਂ ਸਾਡੇ ਵਾਸਤੇ, 26 ਤੋਂ ਗਾਂ ਫੇਰ ਵੀ ਐਕਸ਼ਨ ਹੋਣਗੇ। 26 ਵਾਲਾ ਇੱਕ ਐਕਸ਼ਨ ਹੈ ਸਾਡਾ। ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਪਿੱਛੇ ਹਟ ਰਹੇ ਹਾਂ, ਤਾਂ ਤੁਸੀਂ ਪਿੱਛੇ ਨਹੀਂ ਹਟ ਰਹੇ, ਕਿਸਾਨਾਂ ਨੂੰ ਕਹਿ ਰਹੀ ਹੈ। ਸਾਡੇ ਕੋਲ ਪਿੱਛੇ ਹਟਣ ਦੀ ਗੁੰਜਾਇਸ਼ ਹੀ ਨਹੀਂ ਗੀ। ਮਤਲਬ ਸਾਡੇ ਕੋਲ ਕਿਹੜਾ ਰਾਹ ਵਾ? ਜਾਂ ਕਾਨੂੰਨ ਬਣੇ ਰਹਿਣ ਜਾਂ ਕਾਨੂੰਨ ਰੱਦ ਹੋਣ, ਦੋ ਹੀ ਤਰੀਕੇ ਆ। ਤੁਸੀਂ ਦੱਸ ਦਿਓ। ਅਸੀਂ ਮਤਲਬ ਮਾਹਰਾਂ ਨਾਲ ਸਲਾਹ ਕੀਤੀ ਆ ਵੀ ਕੀ ਇਹਦਾ ਕੋਈ ਵਿਚਲਾ ਰਸਤਾ ਨਿਕਲਦਾ? ਕੋਈ ਵਿਚਲਾ ਰਸਤਾ ਨਹੀਂਗਾ, ਕੋਈ ਹੱਲ ਨਹੀਂ ਹੈਗਾ। ਕੋਈ ਹੱਲ ਨਹੀਂਗਾ। ਕਾਨੂੰਨ ਰਿਪੀਲ ਹੋਣੇ ਇਹੋ ਇੱਕੋ ਇੱਕ ਰਸਤਾ। ਰੋਕ ਲੱਗਣ ਦਾ ਵੀ ਹੱਲ ਨਹੀਂ? ਕੋਈ ਰੋਕ ਲੱਗੀ ਹੈ ਜਿਹੜੀ? ਵੇਖੋ ਇਹ ਗੱਲ ਤੇ ਪਹਿਲਾਂ ਕਹਿ ਰਹੇ ਸੀ ਕਿ ਅਸੀਂ ਸਸਪੈਂਡ ਕਰ ਦਿੰਨੇ ਆ, ਤੂੰ ਕਮੇਟੀ ਬਣਾ ਲਓ, ਗੱਲਬਾਤ ਜਾਰੀ ਰੱਖੋ। ਪਰ ਅੱਜ ਤੱਕ ਦਾ ਇਤਿਹਾਸ ਆ ਕਿ ਕਮੇਟੀਆਂ ਨੇ ਕੁਝ ਨਹੀਂ ਕੱਢਿਆ। ਜਿਹੜੇ ਕਾਨੂੰਨ ਖੜੇ ਉਹ ਖੜੇ ਰਹਿ ਜਾਂਦੇ ਆ। ਅਸੀਂ ਇਹ ਕਿਹਾ ਉਹਨਾਂ ਨੂੰ ਵੀ ਤੁਸੀਂ ਵੇਖੋ ਕਾਨੂੰਨ ਤੇ ਤੁਸੀਂ ਬਣਾ ਰਹੇ। ਹੁਣ ਇਹ ਪਹਿਲੀ ਵਾਰੀ ਆ, ਇਤਿਹਾਸ 'ਚ ਪਹਿਲੀ ਵਾਰੀ ਆ ਕਾਨੂੰਨ ਲਾਗੂ ਕੀਤਾ, ਹੁਣ ਬਣਾਇਆ ਤੇ ਸੋਧਾਂ ਵੀ ਕਰਨੀਆਂ ਸ਼ੁਰੂ ਕਰ ਦਿਓ। ਨਹੀਂ ਤੇ ਸੋਧਾਂ ਦਾ ਉਦੋਂ ਟਾਈਮ ਆਉਂਦਾ, ਮਤਲਬ ਕਾਨੂੰਨ 10 ਸਾਲ 20 ਸਾਲ ਪੁਰਾਣਾ ਹੋ ਜੇ, ਉਦੋਂ ਮਤਲਬ ਸੋਧਾਂ ਹੁੰਦੀਆਂ। ਇਹ ਨਵੇਂ ਕਾਨੂੰਨ 'ਚ ਸੋਧਾਂ ਕਰਨ ਨੂੰ ਤਿਆਰ ਆ। ਜਿਸ ਢੰਗ ਦੇ ਬਣਿਆ, ਠੀਕ ਹੈ, ਜਿਸ ਢੰਗ ਦੇ ਨਾਲ ਹੁਣ 19 ਤਰੀਕ ਨੂੰ ਮੀਟਿੰਗ ਮੁੜ ਤੋਂ ਹੋਣੀ ਹੈ, ਤਾਂ ਉਸ 'ਚੋਂ ਕਿੰਨੀ ਕੁ ਉਮੀਦ ਤੁਹਾਨੂੰ ਹੈ ਜਾਂ ਫਿਰ ਇਹੀ ਕੁਝ ਨਿਕਲੂਗਾ ਉਸ ਮੀਟਿੰਗ 'ਚ? ਵੇਖੋ ਸਾਨੂੰ ਆਸ ਆ ਕਿ 26 ਤਰੀਕ ਦਾ ਜਿੰਨਾ ਦਬਾਅ ਆ ਸਰਕਾਰ ਤੇ, ਇਹਨੂੰ ਹੱਲ ਕੱਢਣਾ ਪਊਗਾ। ਹੱਲ ਕੱਢੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਇਹ ਅਸੀਂ ਵੇਖਦੇ ਸਰਕਾਰਾਂ ਦਾ ਰੁਖ, ਜਿਹੜੇ ਪਹਿਲਾਂ ਆਕੜੀਆਂ ਹੁੰਦੀਆਂ
ਜਦੋਂ ਪੂਰਾ ਦਬਾਅ ਬਣਦਾ ਫਿਰ ਮਤਲਬ ਲੋਕਾਂ ਦੇ ਸੰਘਰਸ਼ ਅੱਗੇ, ਕਿਸਾਨਾਂ ਦੇ ਸੰਘਰਸ਼ ਅੱਗੇ ਉਹ ਲਿਪ ਜਾਂਦੀਆਂ। ਹਾਲੇ ਵੀ ਉਹ ਹੋਰ ਦੇਖ ਰਹੀਆਂ ਨੇ ਵੀ ਕਿੰਨਾ ਕੁ ਸੰਘਰਸ਼ ਚੱਲਦਾ, ਕਿੰਨਾ ਕੁ ਵੱਡਾ ਹੁੰਦਾ, ਹਾਲੇ ਵੀ ਉਹ ਇਹੀ ਸੋਚ ਰਹੇ ਨੇ। ਬਿਲਕੁਲ ਜਿਹੜੀ ਪਹਿਲਾਂ ਹੀ ਉਹਨਾਂ ਦੀ ਅਸੈਸਮੈਂਟ ਸੀ ਕਿ ਸ਼ਾਇਦ ਇੱਥੇ ਕੋਈ ਹਿੰਸਾ ਕਰ ਦਾਂਗੇ, ਸ਼ਾਇਦ ਥੱਕ ਕੇ ਮੁੜ ਜਾਣਗੇ, ਉਹ ਸਾਰੇ ਭਰਮ ਭੁਲੇਖੇ ਦੂਰ ਹੋਏ ਆ। ਅਗਲੀ ਵੱਡੀ ਗੱਲ ਇਹ ਸੀ ਜਿਹੜੀ ਉਹ ਇਹ ਸਮਝਦੇ ਰਹੇ ਵੀ ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣੇ ਦਾ, ਇਹ ਅੰਦੋਲਨ ਸਾਰੇ ਦੇਸ਼ ਦਾ ਬਣ ਗਿਆ, ਬਲਕਿ ਦੇਸ਼ ਦਾ ਨਹੀਂ ਸਾਰੇ ਸੰਸਾਰ ਦਾ ਬਣ ਗਿਆ। ਸੰਸਾਰ ਭਰ ਦੇ ਵਿੱਚੋਂ ਜਿੰਨੀ ਵੱਡੀ ਹਮਾਇਤ ਇਸ ਅੰਦੋਲਨ ਨੂੰ ਮਿਲੀ ਆ, ਅਸੀਂ ਅਜੇ ਤੱਕ ਸਾਰੇ ਵਰਲਡ 'ਚ ਕਿਸੇ ਵੀ ਅੰਦੋਲਨ ਨੂੰ ਏਡੀ ਵੱਡੀ ਹਮਾਇਤ ਮਿਲਦਿਆਂ ਨਹੀਂ ਵੇਖਿਆ। ਪਰ 26 ਜਨਵਰੀ ਨੂੰ ਕੀ ਲੱਗਦਾ ਹੈ, ਸਭ ਕੁਝ ਪੀਸਫੁਲ ਰਹੂਗਾ ਤੁਹਾਨੂੰ? ਦੇਖੋ ਸਾਡੇ ਵੱਲੋਂ ਸਾਡਾ ਪੂਰਾ ਯਤਨ ਆ, ਸਾਡਾ ਪੂਰਾ ਜ਼ੋਰ ਲੱਗਿਆ ਕਿ ਸਾਡਾ ਅੰਦੋਲਨ ਪੀਸਫੁਲ ਰਵੇ। ਜੇ ਸਰਕਾਰ ਦੇ ਪਾਰਟ ਤੋਂ ਕੋਈ ਇਦਾਂ ਦੀ ਗੱਲ ਆਉਂਦੀ ਸਰਕਾਰ ਦੇ ਪਾਸੇ ਤੋਂ ਕਿ ਸਰਕਾਰ ਇਸ ਅੰਦੋਲਨ ਨੂੰ ਹਿੰਸਕ ਕਰਨਾ ਚਾਹੁੰਦੀ ਆ, ਫਿਰ ਵੀ ਅਸੀਂ ਬਚਾਅ ਕਰਾਂਗੇ। ਪਰ ਜੇ ਸਰਕਾਰ ਇਹ ਫੈਸਲਾ ਕਰ ਲੈਂਦੀ ਆ ਤੇ ਫਿਰ ਅਸੀਂ ਉਹਨੂੰ ਕਿੱਦਾਂ ਰੋਕ ਸਕਦੇ ਹਾਂ? ਜ਼ਿੰਮੇਵਾਰੀ ਕਿਸ ਦੀ ਹੋਊਗੀ ਫਿਰ? ਨੁਕਸਾਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਹ ਜ਼ਿੰਮੇਵਾਰੀ ਸਰਕਾਰ ਦੀ ਹੋਊ। ਇਹ ਤੇ ਕੋਰਟ ਨੇ ਮੰਨ ਲਿਆ ਵੀ ਜੇ ਕਿਸੇ ਤਰ੍ਹਾਂ ਦਾ ਹਿੰਸਕ ਪ੍ਰਦਰਸ਼ਨ ਹੁੰਦਾ ਉਹਦੇ ਲਈ ਸਾਰੇ ਜ਼ਿੰਮੇਵਾਰ ਹੋਵਾਂਗੇ। ਇਸ ਕਰਕੇ ਮੁੱਖ ਤੌਰ ਤੇ ਸਰਕਾਰ ਦੋਸ਼ੀ ਹੋਊਗੀ, ਹੱਲ ਨਹੀਂ ਕੱਢਿਆ ਇਹਦਾ। ਤੁਸੀਂ ਸੁਚੇਤ ਨਹੀਂ ਕਰਾਇਆ ਸਰਕਾਰ ਨੂੰ ਇਸ ਪੱਖੋਂ ਕਿ 26 ਜਨਵਰੀ ਨੂੰ ਇਹ ਨਾ ਹੋਵੇ ਕਿ ਸਾਡੇ ਵੀ ਹੱਥੋਂ ਚੀਜ਼ ਨਿਕਲ ਜਾਵੇ? ਤੁਸੀਂ ਸੁਚੇਤ ਕਰਾਇਆ ਸਰਕਾਰ ਨੂੰ ਇਸ ਪੱਖੋਂ? ਅਸੀਂ ਸਰਕਾਰ ਨੂੰ ਕੱਲਾ ਇਸ ਪੱਖੋਂ ਨਹੀਂ, ਸਮੁੱਚੇ ਅੰਦੋਲਨ ਦੇ ਪੱਖ ਤੋਂ ਵੀ ਜਿੰਨਾ ਤੁਸੀਂ ਡਿਲੇ ਕਰ ਰਹੇ ਜੇ, ਜਿੰਨਾ ਤੁਸੀਂ ਲਮਕਾ ਰਹੇ ਜੇ ਮਤਲਬ ਇੱਥੇ ਕੋਈ ਇਦਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਇਹ ਅੰਦੋਲਨ ਸਾਡੇ ਹੱਥ ਚੋਂ ਨਿਕਲ ਸਕਦਾ, ਕਿਉਂਕਿ ਪਿੰਡਾਂ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਨਵੀਂ ਗਿਣਤੀ, ਵੱਡੀ ਗਿਣਤੀ ਆ ਰਹੀ ਆ ਜਿਹੜੀ ਇਸ ਅੰਦੋਲਨ ਸ਼ਾਮਲ ਹੋ ਰਹੀ ਹੈ। ਬਿਲਕੁਲ, ਕਿਉਂਕਿ ਆਪ ਮੁਹਾਰੇ ਲੋਕ ਆ ਰਹੇ ਨੇ, ਜ਼ਰੂਰੀ ਨੇ ਉਹ ਸਾਰੇ ਯੂਨੀਅਨ ਦੇ ਮੈਂਬਰਸ ਹੋਣ, ਪਰ ਉਹ ਇੱਕ ਸੋਚ ਨਾਲ ਇੱਥੇ ਆ ਰਹੇ ਨੇ। ਉਹ ਇਸ ਅੰਦੋਲਨ ਨੇ ਜਿੰਨਾ ਰੰਗ ਫੜ ਲਿਆ, ਇਹ ਅੰਦੋਲਨ ਜਿੰਨਾ ਵਿਸ਼ਾਲ ਹੋ ਗਿਆ, ਇਹ ਅੰਦੋਲਨ ਨੂੰ ਜਿੰਨੀ ਮਹੱਤਤਾ ਮਿਲ ਗਈ ਆ, ਜਿੰਨੀ ਸਫਲਤਾ ਮਿਲ ਗਈ ਆ, ਕੋਈ ਵੀ ਨਹੀਂ ਚਾਹੁੰਦਾ ਇਹ ਤੋਂ ਪਾਸੇ ਰਵਾਂ। ਹਰ ਇੱਕ ਨੂੰ ਇਹ ਮੈਂ ਇਸ ਅੰਦੋਲਨ 'ਚ ਹਿੱਸਾ ਪਾਵਾਂ। ਇਸ ਕਰਕੇ ਜਿਹੜੇ ਨੌਜਵਾਨ ਆ ਰਹੇ ਆ, ਜਿਹੜੇ ਨਵੇਂ ਲੋਕ ਆ ਰਹੇ ਆ, ਠੀਕ ਹੈ ਅਸੀਂ ਰੋਜ਼ ਸਟੇਜਾਂ ਲਾ ਕੇ ਆਪਣੀ ਗੱਲ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਆ। ਬਿਲਕੁਲ, ਤੁਸੀਂ ਤਾਂ ਵਾਰ-ਵਾਰ ਐਲਾਨ ਵੀ ਕਰਦੇ ਹੋ, ਸੰਬੋਧਨ ਵੀ ਕਰਦੇ ਹੋ ਕਿ ਸ਼ਾਂਤਮਈ ਰਹਿਣਾ ਹੈ, ਪਰ ਜਿੰਨੀ ਵੱਡੀ ਗਿਣਤੀ 'ਚ ਆ ਰਹੇ ਹੋ, ਨਵੇਂ ਆ ਰਹੇ ਆ, ਕਿਸੇ ਵੇਲੇ ਸਾਡੀ ਗੱਲ ਉਹਨਾਂ ਦੇ ਕੰਨਾਂ ਤੱਕ ਨਹੀਂ ਵੀ ਪੈਂਦੀ। ਇਸ ਕਰਕੇ ਫਿਰ ਉਹ ਆਪ ਮੁਹਾਰੇ ਆ ਤੇ ਆਪ ਮੁਹਾਰਤਾ ਕਿਸੇ ਵੇਲੇ ਗਲਤ ਕਦਮ ਚੁੱਕ ਸਕਦੀ ਆ। ਬਿਲਕੁਲ, ਤਾਂ ਜ਼ਿੰਮੇਵਾਰੀ ਕਹਿੰਦੇ ਨੇ ਕਮਲਪ੍ਰੀਤ ਸਿੰਘ ਪੰਨੂ ਕਿ ਸਰਕਾਰ ਦੀ ਹੋਊਗੀ। ਜੇ ਕੋਈ ਨੁਕਸਾਨ ਹੁੰਦਾ ਤਾਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਹੈ ਜਿਹੜਾ ਉਹ ਨਿਕਲ ਜਾਣਾ ਚਾਹੀਦਾ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਵੀਰ ਸਿੰਘ ਰਾਣਾ।